अस्सलाम वालेकुम नाज़रीन। ਅੱਜ ਅਸੀਂ ਪੀਪੀ 39 ਤਹਿਸੀਲ ਪਿੰਡੀ ਪੱਟੀਆਂ ਹਲਕੇ ਦੇ ਵਿੱਚ ਮੀਆਂ ਔਨ ਇੰਤਸਾਰ ਜਿਹੜੇ ਇਸ ਦਫਾ ਮੁੰਤਖਬ ਹੋਏ ਸਨ ਉਹਨਾਂ ਦੇ ਕੋਲ ਮੌਜੂਦ ਹਾਂ ਤੇ ਇੱਕ ਦਿਲਚਸਪ ਗੱਲ ਇਹ ਦੱਸਣੀ ਹੈ ਕਿ ਗੁਜ਼ਸ਼ਤਾ ਜਿਹੜੇ ਇਲੈਕਸ਼ਨ ਹੋਏ ਨੇ ਕੰਪੇਨ ਦੇ ਦੌਰਾਨ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਤਨਕੀਦ ਵੀ ਹੋਈ, ਹੋਰ ਵੀ ਹਲਕਿਆਂ ਦੀ ਹੋਈ, ਲੇਕਿਨ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਤਨਕੀਦ ਹੋਈ। ਲੇਕਿਨ ਜਿੰਨੀ ਤਨਕੀਦ ਹੋਈ ਉਹਦੇ ਤੋਂ ਬਰਅਕਸ ਜਿਹੜੇ ਨੇ ਇਹ ਭਾਰੀ ਅਕਸਰੀਅਤ ਨਾਲ ਇਹ ਕਾਮਯਾਬ ਹੋਏ ਨੇ। ਮੁਸਲਿਮ ਲੀਗ ਨੂਨ ਦੇ ਟਿਕਟ ਤੋਂ ਇਹ ਖੜੇ ਸਨ ਤੇ ਔਰ ਹੁਣ ਤਹਿਸੀਲ ਹੈੱਡਕੁਆਟਰ ਨੂੰ ਜਿਹੜਾ ਇਹਨਾਂ ਨੂੰ ਮਿਲਿਆ ਫੰਡ ਤਕਰੀਬਨ 5 ਅਰਬ ਰੁਪਇਆ ਤੇ ਉਹਦੇ ਬਾਰੇ 'ਚ ਬੜੇ ਸਾਡੇ ਵਰਗੇ ਲਿਖਾਰੀ ਜਿਹੜੇ ਨੇ ਅਦਨਾ ਬੜੇ ਸਵਾਲਾਤ ਕਰਦੇ ਨੇ ਜੀ ਕਿਵੇਂ ਲੱਗੇਗਾ, ਕਿੱਥੇ ਲੱਗੇਗਾ। ਉਹ ਸਾਡਾ ਵੀ ਦਿਲ ਕੀਤਾ ਹੈ ਕਿ ਅੱਜ ਅਸੀਂ ਵੀ ਆ ਜਾਈਏ ਤੇ ਇਹ ਸਾਡੀ ਜਿਹੜੀ ਵੀਡੀਓ ਹੈ ਇਹ MTV 472 YouTube ਚੈਨਲ ਤੇ Facebook ਜਿਹੜਾ ਮੇਰਾ ਮੁਹੰਮਦ ਮੁਨੀਤ ਬਸਮ ਜਰਨਲਿਸਟ ਦਾ ਇਹਦੇ ਸੱਚੀਆਂ ਗੱਲਾਂ ਪੇਜ ਉਹਦੇ ਤੇ ਸੱਚੀਆਂ ਗੱਲਾਂ WhatsApp ਗਰੁੱਪ ਤੇ ਦੇਖੀ ਜਾਏਗੀ। ਤੇ ਹੁਣ ਸਾਡੇ ਨਾਲ ਬਾਬਰ ਸ਼ੇਰ ਕਾਂਜੂ ਸਾਹਿਬ ਵੀ ਮੌਜੂਦ ਨੇ, ਉਹ ਵੀ ਦੱਸਦੇ ਨੇ। ਜੀ ਨਾਜ਼ਰੀਨ, ਜਿਵੇਂ ਤੁਸੀਂ ਵੇਖਦੇ ਪਏ ਸਾਡੇ ਦਰਮਿਆਨ ਇੱਕ ਸਿਆਸੀ ਸ਼ਖਸੀਅਤ ਮੌਜੂਦ ਹੈ ਤੇ ਅੱਜ ਅਸੀਂ ਉਸ 5 ਅਰਬ ਦੇ ਹਵਾਲੇ ਨਾਲ ਗੁਫ਼ਤਗੂ ਕਰਨੇ ਆ ਤੇ ਕੁਝ ਸਵਾਲਾਤ ਨੇ ਇਸ 5 ਅਰਬ ਦੇ ਹਵਾਲੇ ਨਾਲ ਹੈ ਕਿ ਪੂਰੇ ਹਲਕੇ ਵਾਸਤੇ ਨੇ, ਲੇਕਿਨ ਅੱਜ ਉਸ ਹਵਾਲੇ ਨਾਲ ਪੁੱਛ ਰਹੇ ਵੀ ਉਹ ਕਿਆ ਪੂਰੇ ਹਲਕੇ ਵਾਸਤੇ 5 ਅਰਬ ਹੈ ਜਾਂ ਮਖਸੂਸ ਸਿਟੀ ਵਾਸਤੇ ਉਹ 5 ਅਰਬ ਇਹਨਾਂ ਕੋਲ ਕਿਹੜਾ ਮਨਜ਼ੂਰ ਹੋਇਆ। ਜੀ अस्सलाम वालेकुम मियां जी साहब। वालेकुम अस्सलाम ਜੀ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਸਾਨੂੰ ਅੱਜ ਟਾਈਮ ਦਿੱਤਾ ਆਪਣੇ ਕੀਮਤੀ ਟਾਈਮ ਵਿੱਚੋਂ। ਤੁਹਾਡਾ ਸ਼ੁਕਰੀਆ ਜੀ, ਮਿਹਰਬਾਨੀ। ਪਹਿਲੇ ਤੁਸੀਂ ਤਨਕੀਦ ਦਾ ਦੱਸਣਾ ਹੈ ਕਿ ਤੁਸੀਂ ਉਹ ਕਿਵੇਂ ਬਰਦਾਸ਼ਤ ਕੀਤੀ ਹੈ। ਸਾਡੇ ਜਿੰਨਾ ਖੁਦ ਅਸੀਂ ਆਪ ਵੀ ਸ਼ਾਮਲ ਆ ਜੀ ਤਨਕੀਦ ਕਰਨਾ ਤੁਹਾਡਾ ਹੱਕ ਹੈ, ਲੇਕਿਨ ਉਹ ਇਸਲਾਹ ਵਾਸਤੇ ਹੋਵੇ ਬਿਲਕੁਲ ਤੇ ਜ਼ਰਾ ਸਾਨੂੰ ਵੀ ਮਜ਼ਾ ਹੁੰਦਾ, ਚਲੋ ਸਾਡੀ ਬਿਹਤਰੀ ਹੋ ਜਾਂਦੀ, ਸਾਨੂੰ ਉਹਦਾ ਫਾਇਦਾ ਹੋ ਜਾਂਦਾ। ਹਾਂ ਜੀ ਜੀ ਜਿਹੜੀ ਸਿਰਫ ਇੱਕ ਉਹ ਚੀਜ਼ ਇੱਥੇ ਨਜ਼ਰ ਆਈ ਮੈਨੂੰ, ਉਹਨੇ ਇੱਕ ਓਨ ਫੋਬੀਆ ਵੀ ਹੈ ਕੁਝ ਸ਼ਖਸੀਅਤ ਜੀ 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 ਉਹ ਜਿੱਥੇ ਮੇਰਾ ਨਾਂ ਹੁੰਦਾ ਹੈ ਉੱਥੇ ਹੀ ਉਹਨਾਂ ਨੂੰ ਇੱਕ ਜਨੂਨ ਆ ਜਾਂਦਾ ਹਾਂ, ਕਰੰਟ ਲੱਗਦਾ। ਤੇ ਉਹ ਕਰੰਟ ਲੱਗਦਾ ਹੈ ਤਾਂ ਤਨਕੀਦ ਕਰਨ ਲੱਗ ਪੈਂਦੇ ਨੇ। ਜੀ ਪਰ ਮੈਂ ਅੱਲਾ ਦਾ ਸ਼ੁਕਰ ਹੈ ਜੀ ਕਿ ਅੱਲਾ ਨੇ ਇੰਨੀ ਅਕਲ ਦਿੱਤੀ ਹੈ। ਮੈਂ ਮੀਡੀਆ ਆਪੇ ਪੜ੍ਹਿਆ ਆਇਆ, ਜੀ ਮੈਨੂੰ ਪਤਾ ਹੈ ਕਿ ਕਿਸ ਹੱਦ ਤੇ ਜਾ ਕੇ ਮੈਨੂੰ ਨੁਕਸਾਨ ਹੋਣਾ ਸ਼ੁਰੂ ਹੋਣਾ ਹੈ। ਜੀ ਤੇ ਕੋਈ ਨਹੀਂ, ਇਸ ਵਜ੍ਹਾ ਤੋਂ ਮੈਂ ਉਹਨੂੰ ਨਾ ਸਬਰ ਦੇ ਨਾਲ ਤੇ ਤਰੀਕੇ ਦੇ ਨਾਲ ਹੀ ਟੈਕਲ ਕਰਨਾ। ਜਿਹੜੀ ਇਸਲਾਹ ਵਾਲੀ ਹੋਵੇ ਉਹ ਚੁੱਕ ਲਈ, ਉਹਦੀ ਆਪਣੀ ਇਸਲਾਹ ਕੀਤੀ। ਜੀ ਜੀ ਉਹਦੇ ਜਿਹੜੀ ਮੇਰੇ ਕੋਲ ਕੋਈ ਗਲਤੀ ਗੁਸਤਾਖੀ, ਮੈਂ ਇਨਸਾਨ ਆ, ਖਤਾ ਦਾ ਪੁਤਲਾ, ਅੱਲਾ ਨੇ ਮੈਨੂੰ ਇੱਕ ਅਹੁਦੇ ਤੇ ਹੁਣ ਅੱਲਾ ਨੇ ਤੇ ਉਹਦੇ ਪਾਕਾਂ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਮੈਨੂੰ ਇਸ ਅਹੁਦੇ ਤੇ ਮਿਹਰਬਾਨੀ ਕੀਤੀ ਹੈ ਮੇਰੇ ਤੇ ਕਿ ਮੈਂ MPA ਬਣਿਆ। ਤੇ ਇਸ ਅਹੁਦੇ ਦੀ ਇੱਜ਼ਤ ਤੇ ਤਕਰੀਮ ਨੂੰ ਵੇਂਦੇ ਆਇਆ ਮੈਂ ਫਿਰ ਉਸ ਚੀਜ਼ ਦਾ ਬਰਦਾਸ਼ਤ ਕਰਨਾ ਹੁਣ ਜ਼ਿਆਦਾ ਬਿਹਤਰ ਸਮਝਣਾ ਕਿ ਕੋਈ ਰੌਲਾ ਨਹੀਂ ਪੈਂਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਇਲੈਕਸ਼ਨ ਦੇ ਵਿੱਚ ਸਭ ਨਾਲੋਂ ਜ਼ਿਆਦਾ ਨਾ ਇੱਕ ਇਨਸਾਨ ਨੂੰ ਜ਼ਰੂਰਤ ਹੁੰਦੀ ਜਿਸੇ ਉਹਨੂੰ ਕੋਈ ਚੈੱਕ ਕਰਦਾ ਪਿਆ ਹੋਵੇ, ਵੋਟ ਹੋਣ, ਉਸ ਲਈ ਤਨਕੀਦ ਦਾ ਨੁਕਸਾਨ ਹੁੰਦਾ। ਹਾਂ ਜੀ ਜੀ ਅੱਲਾ ਨੇ ਮਿਹਰਬਾਨੀ ਕੀਤੀ, ਮੈਨੂੰ ਉਸ ਵੇਲੇ ਨੁਕਸਾਨ ਨਹੀਂ ਹੋਇਆ ਤੇ ਹੁਣ ਮੈਨੂੰ ਕੀ ਨੁਕਸਾਨ ਹੋਣਾ। ਨਾਲੇ ਜਿਹੜਾ ਨਾ ਤੁਸੀਂ ਬਰਦਾਸ਼ਤ ਕੀਤਾ ਹੈ, ਅੱਲਾਹ ਤਾਲਾ ਨੇ ਕਾਮਯਾਬੀ ਦਿੱਤੀ। ਬੇਸ਼ੱਕ ਜੀ। ਔਰ ਉਹ ਮੇਰਾ ਤੇ ਸਾਡਾ ਤੇ ਮੰਨਣਾ ਇਹ ਹੈ ਕਿ ਉਹ ਤਨਕੀਦ ਦਾ ਹੀ ਅਸਰ ਸੀ ਵੀ ਜਿਹੜਾ ਤੁਸੀਂ ਸੈਲਾਬੀ ਬਾਰਿਸ਼ੀ ਸੈਲਾਬ ਆਇਆ ਉਹਦੇ 'ਚ ਵੀ ਆਪਣੇ ਇਲਾਕੇ 'ਚ ਤੁਸੀਂ ਜੀ ਬੇਸ਼ੱਕ ਪੂਰੇ ਜ਼ਿਲ੍ਹੇ ਦੇ ਵਿੱਚ ਸਿਰਫ ਵਾਹਿਦ ਤੁਸੀਂ MP ਹੋ ਜਿਨ੍ਹਾਂ ਨੇ ਬਹੁਤ ਵਰਕ ਕੀਤਾ ਹੈ। ਜੀ ਬਿਲਕੁਲ ਇੰਜ ਤੇ ਉਸ ਤੋਂ ਬਾਅਦ ਜਿਹੜਾ ਦਰਿਆ ਚਨਾਬ ਦਾ ਸੈਲਾਬ ਆਇਆ ਉਹਦੇ 'ਚ ਵੀ ਮਾਸ਼ਾਅੱਲਾ ਤੁਸੀਂ ਜੀ ਬੜਾ ਵਰਕ ਕੀਤਾ ਹੈ। ਆਫਤਾਂ ਹੁੰਦੀਆਂ ਨੇ, ਤੁਸੀਂ ਰੋਕ ਤੇ ਨਹੀਂ ਸਕਦੇ, ਲੇਕਿਨ ਉਹ ਜਦੋਂ ਆਫਤਾਂ ਤੋਂ ਬਾਅਦ ਤੁਸੀਂ ਜਿਹੜੀ ਆਵਾਮ ਦੇ ਵਿੱਚ ਗਏ ਉਹਨਾਂ ਦੀ ਜਿਹੜੀ ਦਾਦ ਰਸੀ ਕੀਤੀ ਹੈ, ਇਮਦਾਦੀ ਕਾਰਵਾਈਆਂ ਕੀਤੀਆਂ ਨੇ। ਕੁਝ ਨਹੀਂ ਸਕਦਾ। ਅਸਲ ਗੱਲ ਇਹ ਜੀ ਇਹਦੇ ਵਿੱਚ ਨਾ ਇੱਕ ਚੀਜ਼ ਹੈ ਕਿ ਹਰ ਕੋਈ ਇਨਸਾਨ ਸਾਡਾ ਕੋਈ ਸ਼ਖਸੀਅਤ ਫੇਵਰਟ ਹੋ ਸਕਦੀ, ਕੋਈ ਨਹੀਂ ਨਾਪਸੰਦ ਵੀ ਹੋ ਸਕਦੀ। ਹਾਂਜੀ ਇਨਸਾਨੀ ਫਿਤਰਤ ਹੈ। ਤੇ ਮੈਨੂੰ ਇਸ ਵਜ੍ਹਾ ਤੋਂ ਕੋਈ ਨਾ ਕਿਸੇ ਨੂੰ ਬੁਲਾ ਕੇ ਜਾਂ ਕਿਸੇ ਨੂੰ ਥਾਪੜਾ ਮਾਰ ਕੇ ਫੇਵਰਟ ਬਣਨ ਦਾ ਸ਼ੌਕ ਨਹੀਂ। ਜੀ ਜੀ ਮੇਰਾ ਬਸ ਇਹੀ ਹੈ ਕਿ ਮੈਂ ਕੋਈ ਕਰਾਂ ਕੰਮ ਤੇ ਚਲੋ ਤਾਂ ਕਿਸੇ ਦਾ ਫੇਵਰਟ ਬਣਾ ਉਹ ਜ਼ਿਆਦਾ ਮੇਰੇ ਵਾਸਤੇ ਬਿਹਤਰ ਹੈ। ਉਹ ਲੰਬੇ ਅਰਸੇ ਵਾਸਤੇ ਹਾਂਜੀ ਜਿਹੜਾ ਥਾਪੜੇ ਥੁਪੜੇ ਵਾਲਾ ਫੇਵਰਟ ਹੈ ਉਹ ਕੋਈ ਚੰਦ ਘੰਟਿਆਂ ਜਾਂ ਚੰਦ ਦਿਨਾਂ ਦੀ ਗੇਮ ਹੁੰਦੀ ਉਹਦੇ ਬਾਅਦ ਖਤਮ ਹੋ ਜਾਂਦੀ ਹੈ। ਜੀ ਜੀ ਅਸੀਂ ਉਹਨੇ ਤੁਹਾਡੇ ਨਾਲ ਗੁਫ਼ਤਗੂ ਕਰਨੇ ਆ ਕਿਹੜਾ ਤੁਹਾਨੂੰ 5 ਅਰਬ ਰੁਪਈਆ ਮਿਲੇ ਤਹਿਸੀਲ ਹੈੱਡਕੁਆਟਰ ਵੱਲੋਂ। ਕਿਆ ਉਹ ਫੰਡ ਮਖਸੂਸ ਹਲਕੇ ਵਾਸਤੇ ਜਾਂ ਮਖਸੂਸ ਸਿਟੀ ਵਾਸਤੇ ਵੇ?
ਉਸ ਦਾ ਕੀ ਤਰੀਕੇਕਾਰ ਹੋਵੇਗਾ, ਕਿੱਥੇ ਲੱਗੇਗਾ, ਕਿਵੇਂ ਹੋਵੇਗਾ? ਜੀ ਇਹ ਜਿਹੜਾ 5 ਅਰਬ ਰੁਪਇਆ ਮੈਨੂੰ ਮਿਲਿਆ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਦੀ ਖਸੂਸੀ ਮਿਹਰਬਾਨੀ ਹੈ ਜੀ ਕਿ ਇਹ ਤਹਿਸੀਲਾਂ ਦੇ ਪੰਜਾਬ ਦੇ ਵਿੱਚ ਕੋਈ 100 ਤੇ ਸ਼ਾਇਦ 18-19 ਨੇ, ਜੀ ਲੇਕਿਨ ਇਹ ਸਿਰਫ 6-7 ਤਹਿਸੀਲਾਂ ਨੂੰ ਮਿਲਿਆ ਅੱਛਾ ਹੈੱਡਕੁਆਟਰ ਨੂੰ, ਜਿਹਦੇ ਵਿੱਚ ਮੇਰੇ ਸ਼ਹਿਰ ਨੂੰ ਵੀ ਉਹਨਾਂ ਦਿੱਤਾ ਹੈ। ਉਹਨਾਂ ਦੀ ਮਿਹਰਬਾਨੀ, ਚਲੋ ਸਾਡੀ ਮਿਹਨਤ ਹੈ ਹਾਂਜੀ ਤੇ ਮਿਹਰਬਾਨੀ ਤਾਂ ਸੀਐਮ ਦੀ ਹੈ ਕਿ ਉਹਨਾਂ ਸਾਡੇ ਉੱਤੇ ਮਿਹਰਬਾਨੀ ਕੀਤੀ, ਜੀ ਉਹਨਾਂ ਸਾਡੀ ਮਿਹਨਤ ਨੂੰ ਵੇਖਦੇ ਆ ਸਾਨੂੰ ਫੰਡ ਦਿੱਤਾ। ਇਹ ਫੰਡ ਤੇ ਵੀ ਜੀ ਪਿੰਡੀ ਪਟੀਆਂ ਸ਼ਹਿਰ ਦਾ ਸਿਰਫ ਇਹ ਅੱਛਾ। ਪਿੰਡੀ ਪਟੀਆਂ ਸ਼ਹਿਰ ਵਿੱਚ ਲੱਗਣਾ ਹੈ ਤੇ ਇਸ ਸਾਲ ਵਿੱਚ ਇਨਸ਼ਾਅੱਲਾ ਤੇ ਸਿਰਫ ਇਹ ਵੀ ਮੈਂ ਕੋਈ 7-8 ਅਰਬ ਫੰਡ ਲਿਆਵਾਂ ਦਾ ਜਿਹੜਾ ਪੂਰੇ ਹਲਕੇ ਦੇ ਵਿੱਚ ਲਾਵਾਂ ਦੇ, ਬੜੀ ਗੱਲ। ਤੇ ਮੈਂ ਇਨਸ਼ਾਅੱਲਾ 5-6 ਰੋਡਾਂ ਬਣਾਉਣੀਆਂ ਨੇ ਇਸ ਸਾਲ ਦੇ ਵਿੱਚ, ਉਹ ਅਸੀਂ ਇਨਸ਼ਾਅੱਲਾ ਸ਼ੁਰੂ ਕਰਾਵਾਂਗੇ ਬੜੀ ਜਲਦੀ। ਉਹਦੇ ਤੋਂ ਬਾਅਦ ਮੈਂ ਕਾਲਜ ਸੁੱਖੇਗੀ ਵੀ ਸੀਐਮ ਸਾਹਿਬਾਂ ਦੀ ਮਿਹਰਬਾਨੀ, ਸੀਐਮ ਡਾਇਰੈਕਟਿਵ ਉਹਨਾਂ ਇਸ਼ੂ ਕੀਤਾ ਸੀ, ਉਹ ਸੀਐਮ ਡਾਇਰੈਕਟਿਵ ਦੇ ਨਾਲ ਇਸ਼ੂ ਹੋ ਕੇ ਉਹ ਸ਼ੁਰੂ ਹੋ ਚੁੱਕੇ ਆ। ਇਸ 5 ਅਰਬ ਤੋਂ ਇਲਾਵਾ ਪਿੰਡੀ ਪਟੀਆਂ ਦਾ ਪਿਛਲੇ ਸਾਲ ਅਸੀਂ ਸੀਵਰੇਜ ਸ਼ੁਰੂ ਕਰਵਾ ਚੁੱਕੇ ਹਾਂ। ਚਨਿਓਟ ਰੋਡ ਉੱਤੇ ਬਣਿਆ, ਉਹਦਾ ਇਫਤਤਾਹ ਅਸੀਂ ਕੋਈ 3-4 ਮਹੀਨੇ ਪਹਿਲੇ ਕੀਤਾ ਤੇ ਉਹਦੇ ਉੱਤੇ ਸੀਵਰੇਜ ਲਾਈਨ ਪੈਂਦੀ ਪਈ ਹੈ। ਤੇ ਇਹ ਜਿਹੜਾ 5 ਅਰਬ ਹੈ ਇਹ ਪਿੰਡੀ ਪਟੀਆਂ ਸ਼ਹਿਰ ਦਾ ਹੋਵੇਗਾ। ਇਹ ਮੈਂ ਉੱਥੋਂ ਦੀ ਸੀਐਮ ਸਾਹਿਬਾਂ ਨੇ ਮੈਨੂੰ ਦਿੱਤਾ ਹੈ, ਮੈਂ ਲਿਆ ਕੇ ਆਪਣੀ ਆਵਾਮ ਨੂੰ ਦੇ ਦੇਣਾ। ਸਹੀ ਹੈ। ਇਹ ਪਿੰਡੀ ਪਟੀਆਂ ਦੇ ਜਿਹੜੇ ਵਾਸੀ ਨੇ ਉਹ ਜਾਣਨ ਵੀ ਇਸ ਫੰਡ ਨੂੰ ਕਿੱਥੇ ਕਿੱਥੇ ਲਾਣਾ, ਉਹਨਾਂ ਵਾਸਤੇ ਫੇਵਰੇਬਲ ਹੈ, ਜ਼ਰੂਰੀ ਹੈ। ਜੀ ਇਹ ਅਸੀਂ ਸ਼ਹਿਰ ਦੀ ਇੱਕ ਕਮੇਟੀ ਬਣਾਵਾਂਗੇ ਇਨਸ਼ਾਅੱਲਾ, ਜਿਹੜੀ ਇਹਦੀ ਸ਼ਫਾਫੀਅਤ ਤੇ ਇਹਦਾ ਕੰਮ ਕਰਨ ਦਾ ਅੰਦਾਜ਼ ਦੋਵੇਂ ਚੀਜ਼ਾਂ ਵੇਖਣ ਦੇ। ਜੀ ਕੋਈ ਇਹਦੇ ਉੱਤੇ ਬਿਲਕੁਲ ਦੋ ਰਾਏ ਨਹੀਂ। ਇਹ ਫੰਡ ਇੱਕ ਸਾਡੇ ਪੂਰੇ ਸ਼ਹਿਰ ਦਾ ਹੈ, ਭਾਵੇਂ ਮੈਨੂੰ ਕਿਸੇ ਵੋਟ ਦਿੱਤੇ ਨੇ ਜਾਂ ਨਹੀਂ ਦਿੱਤੇ, ਇਹ ਹਰ ਸ਼ਹਿਰੀ ਦਾ ਹੱਕ ਹੈ। ਹਰ ਸ਼ਹਿਰੀ ਦੀ ਸੀਵਰੇਜ ਲਾਈਨ ਵੀ ਇਹਦੇ 'ਚ ਪਵੇ ਦੀ, ਹਰ ਸ਼ਹਿਰੀ ਦੀ ਜਿਹੜੀ ਇਹ ਗਲੀ ਉਹ ਵੀ ਬਣੇ ਦੀ। ਆਉਣ ਵਾਲੇ 10, 12, 14, 15 ਸਾਲ ਤੱਕ ਜਿੰਨਾ ਇੱਕ ਸ਼ਹਿਰ ਆਬਾਦ ਹੋਣਾ ਹੈ ਸਾਰੇ ਨੂੰ ਮੈਂ ਬਣਾ ਕੇ ਜਾਵਾਂਗਾ। ਕੋਈ ਪੀਸੀ ਟਫ ਟਾਈਲ ਜਾਂ ਸੀਵਰੇਜ ਕਿਧਰੇ ਵੀ ਨਹੀਂ ਛੱਡਾਂਗੇ। ਜਦੋਂ ਮੈਂ ਐਮਪੀਏ ਬਣਿਆ ਸਭ ਨਾਲੋਂ ਪਹਿਲੇ 2 ਚੀਜ਼ਾਂ ਦਾ ਮੁਤਾਲਬੇ ਹੋਏ ਸਾਡੇ ਨਾਲ ਸ਼ਹਿਰ ਦੇ ਵਿੱਚ। ਇੱਕ ਹੈ ਰੋਡ, ਜਿਹੜੀ ਹਾਫਜ਼ਾਬਾਦ ਰੋਡ ਹੈ ਇਹ ਖਰਾਬ ਸੀ ਤੇ ਇਹ ਰਾਬਤਾ ਇਹ ਉਹਨਾਂ ਮੁਤਾਲਬਾ ਸੀ ਕਿ ਇਹ ਇੱਥੇ ਪਾਣੀ ਖਲੋ ਜਾਂਦਾ ਸੀ। ਤੁਸੀਂ ਸਾਰੇ ਹੁੰਦੇ ਸੀ ਸ਼ਹਿਰ ਦੇ ਵਿੱਚ ਮੇਰੇ ਨਾਲ ਪਹਿਲੇ। ਸ਼ਹਿਰ ਦੇ ਮੀਆਂ ਐਸਨ ਨੇ ਇੱਕ ਸ਼ਹਿਰ ਤੇ ਮਿਹਰਬਾਨੀ ਕੀਤੀ ਸਾਡੇ ਹਲਕੇ ਤੇ ਕਿ ਚਨਿਓਟ ਨੂੰ ਰੋਡ ਬਣਵਾ ਦਿੱਤੀ, ਜਿਹੜੀ ਬੜੀ ਜ਼ਰੂਰੀ ਸੀ। ਜੀ ਜੀ ਬੰਨ ਰੋਡ ਬਣ ਗਈ, ਸ਼ਹਿਰ ਦੀ ਰੋਡ ਰਹਿ ਗਈ। ਅੱਲਾ ਨੇ ਕੀਤਾ ਕਿ ਮੈਂ ਐਮਪੀਏ ਬਣਿਆ, ਅਸੀਂ ਸ਼ਹਿਰ ਦੀ ਰੋਡ ਅੱਜ ਵੇਖੋ ਬੜੇ ਘੱਟ, ਸਾਡੇ ਜ਼ਿਲ੍ਹੇ ਵਿੱਚ ਤਾਂ ਇੰਦੀ ਕੋਈ ਰੋਡ ਨਹੀਂ ਹੋਣੀ ਜਿਵੇਂ ਦੀ ਆ ਪਿੰਡੀ ਪਟੀਆਂ ਸ਼ਹਿਰ ਦੀ ਰੋਡ ਬਣ ਗਈ। ਇੰਜ ਹੀ ਇਨਸ਼ਾਅੱਲਾ ਲਾਹੌਰ ਰੋਡ ਵੀ ਅਸੀਂ ਬਣਾ ਰਹੇ ਹਾਂ ਸੇਮ ਇਸ ਉੱਤੇ। ਇੰਜ ਹੀ ਇਨਸ਼ਾਅੱਲਾ ਸੁੱਖੇਗੀ ਸ਼ਹਿਰ ਦੀ ਵੀ ਰੋਡ ਇੰਜ ਹੀ ਬਣੇਗੀ, ਵਿੱਚੋਂ ਇੰਜ ਹੀ ਉਹ ਵੀ ਹੋਵੇਗਾ, ਚੌਕੀ ਸੁੱਖੇਗੀ ਵੀ ਇੰਜ ਹੀ ਹੋਵੇਗਾ। ਇਹ ਆਬਾਦੀਆਂ ਜਿਹੜੀਆਂ ਆਉਣ ਦੀਆਂ ਸਾਡੇ ਇਸ ਰੋਡ ਉੱਤੇ ਇੰਜ ਹੀ ਅਸੀਂ ਉਹਨੂੰ ਖੂਬਸੂਰਤ ਬਣਾਵਾਂਗੇ। ਉਹ ਰੋਡਾਂ ਦਾ ਮੁਕੰਮਲ ਹੋਇਆ। ਦੂਜਾ ਸੀ ਮੁਤਾਲਬਾ ਸੀਵਰੇਜ ਦਾ। ਜੀ ਜੀ ਇਨਸ਼ਾਅੱਲਾ ਇੱਕ ਪੁਰਾਣੀ ਸੀਵਰੇਜ ਸਾਡੇ ਸ਼ਹਿਰ ਚੋਂ ਗੁਜ਼ਰਦੀ ਸੀ, ਅਸੀਂ ਉਹ ਵੀ ਬਹਾਲ ਕਰਾਣੀ ਹੈ। ਮੈਂ ਮਿਸ਼ਨ ਹੈ ਕਿ ਉਹ ਬਹਾਲ ਕਰਾ ਕੇ, ਕਿਉਂਕਿ ਇਹ ਜਿਹੜੀਆਂ ਸੇਮਾਂ ਹੁੰਦੀਆਂ ਨੇ ਇਹਨਾਂ ਦੇ ਥਰੂ ਹੀ ਪਾਣੀ ਨਿਕਲਦੇ ਨੇ ਸ਼ਹਿਰਾਂ ਦੇ, ਸੇਮ ਉਹ ਵੀ ਬਹਾਲ ਕਰਾਣੀ। ਇੱਕ ਸੇਮ ਨਵੀਂ ਜਿਹੜਾ ਐਤਕੀ ਸਲਾਬ ਆਇਆ ਤੇ ਮੇਰੇ ਮੁਹੱਲੇ, ਮੇਰੇ ਸ਼ਹਿਰ ਦੇ ਉਸਮਾਨੀ ਗਨੀ ਟਾਊਨ ਤੇ ਸ਼ਰੀਫ ਸਿਟੀ ਇੱਕ ਤੇ ਕਾਲਜ ਪਿੰਡੀ ਪਟੀਆਂ, ਇਹਨਾਂ ਦੇ ਏਰੀਏ ਵਿੱਚ ਚੱਕ ਖੁੱਲਾ ਪਾਣੀ ਐਂਟਰ ਹੋਇਆ। ਉਹਦੇ ਵੀ ਇਨਸ਼ਾਅੱਲਾ ਅਸੀਂ ਸੱਦੇ ਬਾਬੇ ਇਸੇ ਸਕੀਮ ਦੇ ਵਿੱਚ ਕਰਾਂਗੇ। ਇੱਕ ਅਸੀਂ ਜਿੱਥੋਂ ਸਲਾਬ ਹੁੰਦਾ ਉਹ ਪਾਣੀ ਨੂੰ ਨਾਲਾ ਕੋਈ 8-10 ਫੁੱਟ ਦਾ ਬਣਾ ਕੇ ਉੱਥੋਂ ਦੀ ਸ਼ੁਰੂ ਕਰਾਂਗੇ, ਜਿੱਥੋਂ ਸਲਾਬ ਇਹਦੇ ਸ਼ਹਿਰ ਵੱਲ ਐਂਟਰ ਹੁੰਦਾ ਤੇ ਉਹਨੂੰ ਅਸੀਂ ਲੈ ਕੇ ਅਗਲੀ ਸੇਮ ਵਿੱਚ ਪਾਵਾਂਗੇ। ਉਹ ਵੀ ਇਹਦੇ ਵਿੱਚ ਅਸੀਂ ਮਨਸੂਬੇ ਲਿਆਵਾਂਗੇ। ਅੱਛਾ ਮੀਆਂ ਸਾਹਿਬ, ਦੂਸਰੇ ਦੇ ਨਾਲ ਨਾਲ ਮਨਸੂਬੇ ਇੱਕ ਸਭ ਤੋਂ ਜਿਹੜਾ ਜ਼ਰੂਰੀ ਹਰ ਯਾਨੀ ਕਿ ਹਲਕੇ ਦੀ ਆਵਾਜ਼ ਹੈ ਉਹ ਵੀ ਅੰਦਰ ਵੀ ਦੂਸਰਾ ਖੁਰਮ ਚੜੇਰਾ ਰੋਡ ਅਗਾ ਗੜੀ ਆਓ ਵੀ ਤੁਹਾਡੇ ਹਲਕੇ ਦੇ ਵਿੱਚ ਹੀ ਹੈ। ਉਹਦਾ ਬੜਾ ਇਸ ਵਾਰੀ ਉਹਦੇ ਬਾਰੇ ਗਏ ਹੋ। ਹੈ ਜੀ ਯਾਰ ਦਫਾਈ ਇਨਸ਼ਾਅੱਲਾ ਜੀ ਇਹ ਜਿਹੜਾ ਖੁਰਮ ਚੁਰੇੜਾ ਰੋਡ ਹੈ ਹਾਂਜੀ ਉਹ ਵੀ ਇਨਸ਼ਾਅੱਲਾ ਇਸ ਸਾਲ ਵਿੱਚ ਅਸੀਂ ਬਣਾਵਾਂਗੇ। ਮਿਰਜ਼ਾ ਪਟੀਆਂ ਰੋਡ ਹੈ ਪਿੰਡੀ ਪਟੀਆਂ ਤੋਂ, ਉਹ ਵੀ ਇਸ ਸਾਲ ਦੇ ਵਿੱਚ ਅਸੀਂ ਬਣਾਵਾਂਗੇ। ਉਹਦੇ ਤੋਂ ਬਾਅਦ ਇੱਕ ਕੋਟ ਸਰਵਰ ਤੋਂ ਕੁਰਾਟ ਰੋਡ ਹੈ, ਉਹ ਵੀ ਅਸੀਂ ਇਸ ਸਾਲ ਵਿੱਚ ਬਣਾਵਾਂਗੇ। ਉਹਦੇ ਤੋਂ ਬਾਅਦ ਇੱਕ 7ਵਾਂ ਮੀਲ ਤੋਂ ਕਸੀਸੇ ਰੋਡ ਜਾਂਦਾ ਪੁਰਾਣੇ ਕੀ ਵਾਲਾ, ਜੀ ਜੀ ਉਹ ਵੀ ਖਤਮ ਹੋਇਆ ਪਿਆ, ਉਹ ਵੀ ਇਸ ਸਾਲ ਰੋਡ ਹੈ ਬਣਾਵਾਂਗੇ। ਬਾਈਪਾਸ ਤੋਂ ਪਰਾਂ ਜਾਂਦਾ ਹੈ। ਦੂਸਰਾ ਮੜ ਬਲੋਚਾ ਰੋਡ ਜੀ ਉਹਦਾ ਵੀ ਜੀ ਬੜਾ ਜ਼ਿਕਰ ਹੁੰਦਾ ਇੱਕ ਅਸੀਂ ਹੋਰ ਰੋਡ ਨੇ ਤੁਹਾਡੇ ਹਲਕੇ ਚ ਆਉਂਦਾ ਹੈ ਜਾਂ ਨਹੀਂ ਜੀ ਆਉਂਦਾ? ਬਿਲਕੁਲ ਜੀ ਮੇਰੇ ਹੀ ਹਲਕੇ ਚ ਹੁੰਦਾ ਹੈ। ਇੱਕ ਅਸੀਂ ਰੋਡ ਕੋਟ ਸਰਵਰ ਤੋਂ ਰਸੂਲਪੁਰ ਵੀ ਬਣਾਵਾਂਗੇ ਇਸ ਸਾਲ ਵਿੱਚ। ਉਹਦੇ ਵਿੱਚ ਇੱਕ ਨਾ ਰਾਏ
ਅਕਸਰ ਜਗ੍ਹਾ ਤੇ ਮੈਂ ਵੇਖੀ ਜੀ ਕਿ ਉਹ ਬਾਬਰ ਰਿਆਦ ਤਾਰੜ ਸਾਹਿਬ ਨੇ ਮਨਜ਼ੂਰ ਕਰਵਾਇਆ ਹੈ। ਹਾਂਜੀ। ਇਹ ਗੱਲ ਫੈਲਾਈ ਗਈ, ਹੂੰ। ਲੇਕਿਨ ਜੀ ਬਾਬਰ ਰਿਆਦ ਤਾਰੜ ਸਾਹਿਬ ਨੇ ਵੀ ਮਨਜ਼ੂਰ ਕਰਵਾਇਆ ਹੈ। ਲੇਕਿਨ ਤੁਸੀਂ ਕਦੀ ਸਕੀਮ ਵੇਖੋ ਨਾ, ਜਿਹੜੀ ਰੋਡਾਂ ਦੀ 6 ਰੋਡਾਂ ਨੇ। ਜੀ ਜੀ ਇੱਕ ਰੋਡ ਹੈ ਕੋਟ ਸਰਵਰ ਟੂ ਰਸੂਲਪੁਰ, ਜੀ ਜੀ ਉਹ ਮੇਰਾ ਰੋਡ ਹੈ। ਇੱਕ ਇਹ ਪਹਿਲੇ ਨੰਬਰ ਤੇ। ਇੱਕ 6ਵੇਂ ਨੰਬਰ ਤੇ ਜਿਹੜੇ ਰੋਡ ਹੈ ਉਹ ਰਸੂਲਪੁਰ ਟੂ ਮੱਤੇ ਕੀ, ਉਹ ਲਹਿਦਾ ਰੋਡ ਹੈ। ਉਹ ਲਹਿਦਾ। ਉਹ ਬਾਬਰ ਰਿਆਦ ਤਾਰੜ ਸਾਹਿਬ ਦਾ ਰੋਡ ਉਹ ਹੈ। ਲਹਿਦਾ। ਉਹਨਾਂ ਵੀ ਮਨਜ਼ੂਰ ਕਰਾਇਆ, ਮੈਂ ਵੀ ਕਰਾਇਆ। ਰੋਡਾਂ ਵੱਖੋ ਵੱਖ ਨੇ। ਸਹੀ ਜੀ ਹੈ। ਜੀ ਹੁਣ ਅਸੀਂ ਉਹਨੂੰ ਕਿਉਂਕਿ ਬਣਨੀ ਹੈ, ਉਹਦਾ ਬਣਾਉਣ ਦਾ ਹਾਂਜੀ। ਅਸੀਂ ਤਰੀਕਾ ਹੀ ਉਹ ਜਿਹਾ ਬਣਾਉਂਦੇ ਪਏ ਹਾਂ, ਕਿਉਂਕਿ ਕੁਝ ਪੋਰਸ਼ਨ ਐਤਕੀ ਉਹਨਾਂ ਦੇਣਾ ਸੀ, ਕੁਝ ਪੋਰਸ਼ਨ ਅਗਲੇ ਸਾਲ। ਸਹੀ। ਉਹਨੂੰ ਹੁਣ ਕੋਈ ਅਸੀਂ ਅਟੈਚ ਕਰਕੇ ਸਾਰੀ ਰੋਡ ਹੀ ਮੁਕੰਮਲ ਕਰਾਂਗੇ। ਹਾਂਜੀ। ਸਹੀ ਹੈ। ਤੇ ਇਹ ਰੋਡ ਦੇਣ ਦੀ ਇਹ ਜਿਹੜੀ ਤੁਸੀਂ ਮੜ ਬਲੋਚਾਂ ਵਾਲੀ ਗੱਲ ਕੀਤੀ ਹੈ, ਇਹਦੀ ਵੀ ਵਜ੍ਹਾ ਇਹ ਵੇ ਕਿ ਐਤਕੀ ਸੀਐਮ ਸਾਹਿਬਾਂ ਨੇ ਸਾਨੂੰ ਡਾਇਰੈਕਸ਼ਨ ਇਹ ਸੀ ਕਿ ਇੱਕ ਮੇਨ ਰੋਡ ਤੋਂ ਦੂਜੀ ਮੇਨ ਰੋਡ ਤੱਕ ਅਟੈਚ ਕਰੋ ਰੋਡਾਂ। ਇਹਦੀ ਵਜ੍ਹਾ ਤੋਂ ਹੀ ਇਸ ਕੋਟ ਸਰਵਰ ਵਾਲੀ ਰੋਡ ਦਾ ਨਾਮ ਹੀ ਕੋਟ ਸਰਵਰ ਟੂ ਰਸੂਲਪੁਰ ਰੱਖੀਤਾ ਹੈ। ਜੀ ਇਹ ਜਿਹੜੀ ਮੈਂ ਸਕੀਮ ਦਿੱਤੀ ਸੀ ਕਿ ਇੱਕ ਮੇਨ ਰੋਡ ਨੂੰ ਦੂਜੀ ਮੇਨ ਰੋਡਾਂ ਦੇ ਦਰਮਿਆਨ ਜਿਹੜਾ ਰਸਤਾ ਹੈ ਉਹ ਨਹੀਂ ਤੇ ਮੈਂ ਤੇ ਹਜ਼ਾਰੀ ਤੱਕ ਜਾਂ ਮੇਰੇ ਹਲਕੇ ਦੀ ਬਾਉਂਡਰੀ ਤੱਕ ਮੈਂ ਇਹਨੂੰ ਖਤਮ ਕਰ ਦੇਣਾ ਸੀ, ਹਾਂਜੀ। ਕਿਉਂਕਿ ਮੈਨੂੰ ਤਾਂ ਜ਼ਰੂਰਤ ਉੱਥੇ ਤੱਕ ਸੀ। ਆਹੋ ਅੱਗੋਂ ਦੀ ਜਿਹੜੀ ਉਹ ਅਟੈਚ ਕਰਨ ਦੀ ਵਜ੍ਹਾ ਵੀ ਇਹੀ ਸੀ ਕਿ ਸੀਐਮ ਸਾਹਿਬਾਂ ਨੇ ਆਖਿਆ ਸੀ ਕਿ ਅਸੀਂ ਇਸ ਸਾਲ ਇੱਕ ਮੇਨ ਰੋਡ ਤੋਂ ਦੂਜੀ ਮੇਨ ਰੋਡ ਜਿਹੜੀ ਏਡੀਪੀ ਦੀਆਂ ਰੋਡਾਂ ਨੇ, ਜੀ ਜੀ ਕਿਉਂਕਿ ਉਹ ਵੱਡੀਆਂ ਹੁੰਦੀਆਂ ਨੇ। ਇਹ ਮੜ ਬਲੋਚਾਂ ਵਾਲੀ ਵੱਡੀ ਰੋਡ ਹੈ, ਇਸੇ ਵਜ੍ਹਾ ਤੋਂ ਜਿਹੜੀ ਪੁਰਾਣੇ ਕੀ ਵਾਲੀ ਰੋਡ ਹੈ ਉਹ ਵੀ ਅਸੀਂ ਕਸੀਸੇ ਤੱਕ ਤੋੜਨ ਲੈ ਕੇ ਗਏ ਵੀ ਦੋਵਾਂ ਰੋਡਾਂ ਨੂੰ ਅਟੈਚ ਕਰੀਏ। ਸਹੀ ਜਿਹੜੀ ਇਹ ਮੜ ਬਲੋਚਾਂ ਵਾਲੀ ਰੋਡ ਬੜੀ ਜ਼ਰੂਰੀ ਰੋਡ ਹੈ ਤੇ ਮੇਰੇ ਹਲਕੇ ਵਿੱਚ ਇਹ ਬਣਦੀ ਵੀ ਚਾਹੀਦੀ ਹੈ। ਲੇਕਿਨ ਇਹ ਰੋਡ ਮੈਂ ਦਿੱਤੀ ਹੋਈ ਸੀ, ਜਿਵੇਂ ਮੈਂ ਠੱਟਾ ਖੈਰਨਮਟ ਵੱਲ ਤੋਂ ਕੋਟ ਤੱਕ ਵੀ ਰੋਡ ਦਿੱਤੀ ਸੀ, ਲੇਕਿਨ ਉਹ ਦੋ ਰੋਡਾਂ ਨੂੰ ਅਟੈਚ ਨਹੀਂ ਸੀ ਕਰਦੀ ਮੇਨ ਨੂੰ। ਹਾਂ। ਇਸ ਵਜ੍ਹਾ ਤੋਂ ਉਹ ਵੀ ਨਹੀਂ ਆ ਸਕੀ, ਇਹ ਵੀ ਨਹੀਂ ਆ ਸਕੀ। ਸਹੀ ਇੰਝ ਹੀ ਹੋਰ ਵੀ ਬੜੀਆਂ ਰੋਡਾਂ ਸੀ। ਮੇਰੀ ਠੱਟਾ ਆਸੀਆਂ ਦੀ ਇੱਕ ਰੋਡ ਹੈ, ਉਹ ਮੈਂ ਦਿੱਤੀ ਸੀ। ਹੋਰ ਬੇਸ਼ਤਰ ਰੋਡਾਂ ਨੇ ਜਿਹੜੀਆਂ ਮੈਂ ਦਿੱਤੀਆਂ ਲੇਕਿਨ ਨਹੀਂ ਆਈਆਂ, ਉਹ ਜ਼ਰੂਰੀ ਸਮਝਦੇ ਨੇ ਦੋ ਮੇਨ ਰੋਡਾਂ ਨੂੰ ਆਪਸ ਵਿੱਚ ਉਹਨਾਂ ਹਾਂਜੀ, ਅਟੈਚ ਕੀਤਾ। ਹਾਂਜੀ। ਜਿਹੜੀ ਫਿਰ ਉਹਨਾਂ ਸਾਨੂੰ 48 ਕਰੋੜ ਜਾਂ 24 ਕਿਲੋਮੀਟਰ ਇੱਕ ਉਹਨਾਂ ਸਾਨੂੰ ਰੋਡਾਂ ਦਿੱਤੀਆਂ ਨੇ। ਉਹ 24 ਕਿਲੋਮੀਟਰ ਅਸੀਂ ਲੈ ਗਏ ਆ ਪਿੰਡਾਂ ਨੂੰ। ਸਹੀ। ਉਹਦੇ ਵਿੱਚ ਅਸੀਂ ਜਿਹੜੀ ਇਹ ਬਣਵਾ ਰਹੇ ਆ ਖੁਰਮ ਚੁਰੇੜਾ ਵੀ, ਜੀ ਜੀ ਮਿਰਜ਼ਾ ਪੱਟੀਆਂ ਵੀ ਤੇ ਕੁਰਾਟ ਵਾਲੀ ਵੀ, ਤੇ ਇੱਕ ਰੋਡ ਅਸੀਂ ਉਹ ਕੋਈ ਕੱਟ ਵੱਧ ਕਰਕੇ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਨਸ਼ਾਅੱਲਾ ਅਸੀਂ ਤੁਰਟਾ ਅਜ਼ਮਤ ਨੂੰ ਜਿਹੜਾ ਵੇ ਨਾ ਉਹ ਲੈ ਕੇ ਮਾਂਜੂਆਂ ਵਾਲੀ ਰੋਡ, ਠੀਕ ਹੈ। ਉਹਨੂੰ ਕੋਸ਼ਿਸ਼ ਤੇ ਇਹ ਵੇ ਕਿ ਅਸੀਂ ਠੱਟੇ ਗੱਜੂ ਤੱਕ ਲੈ ਕੇ ਜਾਵੀਏ, ਭਾਵੇਂ ਇਸ ਸਾਲ ਤੇ ਭਾਵੇਂ ਅਗਲੇ ਸਾਲ ਦਾ ਲਾ ਕੇ, ਲੇਕਿਨ ਉਹ ਵੀ ਇਨਸ਼ਾਅੱਲਾ ਬਣਵਾਣੀ ਹੈ। ਤੇ ਇਹ ਮੜ ਬਲੋਚਾਂ ਵਾਲੀ ਵੀ ਬਣਵਾਣੀ, ਲੇਕਿਨ ਮੜ ਬਲੋਚਾਂ ਵਾਲੀ ਰੋਡ ਜਿੱਥੋਂ ਸ਼ੁਰੂ ਹੁੰਦੀ ਹੈ 1 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਹ ਸੀ ਜ਼ਿਆਦਾ ਖਰਾਬ। ਉੱਥੇ ਤੇ ਗੱਡੀ ਪੂਰੀ ਵਿੱਚ ਲੈ ਜਾਂਦੀ ਸੀ। ਉਹ ਮੈਂ ਪਿਛਲੇ ਸਾਲ ਹੀ ਉੱਥੇ ਪੀਸੀ ਪਵਾ ਦਿੱਤੀ ਹੈ ਚੌਕੀ ਸੁੱਖੀ ਕੀ ਦੇ ਵਿੱਚ। ਸਹੀ ਉਹ ਰੋਡ ਆਲਰੇਡੀ ਉੱਥੋਂ ਦੀ ਅਸੀਂ ਕਰਵਾ ਦਿੱਤੀ, ਪਰ ਉਹ ਬਣਨ ਵਾਲੀ ਸਾਰੀ ਹੈ। ਜਿਹੜਾ ਮੇਜਰ ਪੋਰਸ਼ਨ ਖਰਾਬ ਸੀ ਉਹ ਕਰਾ ਦਿੱਤਾ ਹੈ ਤੇ ਉਹ ਰੋਡ ਇਨਸ਼ਾਅੱਲਾ ਜਿਸ ਤਰ੍ਹਾਂ ਤੁਹਾਡਾ ਰੱਖਿਆ ਤੁਸੀਂ ਉਨੀ ਕਰਨੀ ਹੈਗਾ। ਜੀ ਬਿਲਕੁਲ। ਜ਼ਿਲ੍ਹਾ ਵੀ ਉਸ ਦੇ ਆਊਟ ਜੀ ਬਿਲਕੁਲ, ਅਸੀਂ ਇਨਸ਼ਾਅੱਲਾ ਆਪਣੇ ਜ਼ਿਲ੍ਹੇ ਦੀ ਬਾਉਂਡਰੀ ਤੱਕ ਉਹਨੂੰ ਮੈਂ ਲੈ ਕੇ ਜਾਵਾਂਗਾ ਜ਼ਰੂਰ ਇਨਸ਼ਾਅੱਲਾ। ਤੇ ਉਸ ਤੋਂ ਬਾਅਦ ਇਹਦਾ ਸਲਾਬਜ਼ਾਦਾ ਜਿਹੜੇ ਮੁਤਾਸਰ ਇਲਾਕੇ ਹੋਏ ਨੇ, ਜਿਹੜੀ ਗਵਰਨਮੈਂਟ ਨੇ ਸਕੀਮ ਦਿੱਤੀ ਹੈ ਜੀ। ਕੱਢੇ ਸਰਵੇ ਦੇ ਮੁਤਾਬਕ ਉਹ ਫੰਡ ਜਾਂ ਉਹ ਆਵਾਮ ਨੂੰ ਕੋਈ ਰਿਲੀਫ ਮਿਲੇਗਾ ਜਾਂ ਕਿਹੜੇ ਜਿਹਨਾਂ ਦੀ ਫਸਲਾਂ ਤਬਾਹ ਹੋ ਜਾਂ ਜਾਨਵਰ ਜਾਂ ਮਕਾਨ? ਜੀ ਵੇਖੋ ਇਨਸ਼ਾਅੱਲਾ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨਾਲ ਸਾਡੀ ਜਿਹੜੀ ਮੁਲਾਕਾਤ ਹੋਈ ਜੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਨੇ। ਉਹਦੀ ਜਿਹੜੇ ਉਹ ਸਰਵੇ ਹੋ ਰਹੇ ਨੇ, ਕਿਉਂਕਿ ਅਜੇ ਤੱਕ ਹੁਣ ਪਿਛਲੇ ਹਫਤੇ ਤੱਕ ਤੇ ਫਿਰ ਉਹ ਬਾਬਲ ਨਗਰ ਸਲਾਬ ਦੁਬਾਰਾ ਆਇਆ ਸੀ ਸਤਲੁਜ ਦੇ ਵਿੱਚ। ਹਾਂਜੀ ਇਸ ਵਜ੍ਹਾ ਤੋਂ ਹੁਕੂਮਤ ਇੱਕ ਵਾਰੀ ਉਹ ਸਲਾਬ ਤੋਂ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੀ ਹੈ। ਜੀ ਜੀ ਉਹਦੇ ਬਾਅਦ ਰਿਲੀਫ ਐਕਟੀਵਿਟੀਜ਼ ਸਾਰੀਆਂ ਸ਼ੁਰੂ ਹੋ ਜਾਣਗੀਆਂ ਤੇ ਇਹ ਜਿੰਨਾ ਵੀ ਹੈ ਵੇ ਸਾਰਾ ਜਿਹੜਾ ਜੈਨੂਇਨ ਹੋਵੇਗਾ ਜੀ ਜਰਮਨ ਉਹ ਇਨਸ਼ਾਅੱਲਾ ਸਾਰਿਆਂ ਬੰਦਿਆਂ ਨੂੰ ਮਿਲੇਗਾ। ਮਰੀਮ ਨਵਾਜ਼ ਸਾਹਿਬਾ ਇਹਦੇ ਉੱਤੇ ਬਿਲਕੁਲ ਉਹਨਾਂ ਦਾ ਉਹ ਇੱਕ ਹੀ ਫੈਸਲਾ ਹੈ ਕਿ ਇਹਦੇ ਵਿੱਚ ਜਿਹੜੀ ਆਵਾਮ ਹੈ ਸਾਡੇ ਹਲਕਿਆਂ ਦੀ, ਉਹਨਾਂ ਨੂੰ ਅਸੀਂ ਬਿਲਕੁਲ ਇਕੱਲਿਆਂ ਨਹੀਂ ਛੱਡਣਾ। ਅਸੀਂ ਉਹਨਾਂ ਦੇ ਨਾਲ ਆ। ਜਿਹੜਾ ਨੁਕਸਾਨ ਹੋਇਆ ਹੈ ਉਹ ਲਾਲੂ ਹੋਇਆ, ਜੀ ਉਹਦੇ ਵਿੱਚ ਤਾਂ ਕਿਸੇ ਦਾ ਜ਼ੋਰ ਕੋਈ ਨਹੀਂ ਸੀ, ਜੀ ਸਰ ਲੇਕਿਨ ਉਹਨਾਂ ਨੂੰ ਆਬਾਦ ਦੁਬਾਰਾ ਕਰਨ ਦੀ ਕੋਸ਼ਿਸ਼ ਜ਼ਰੂਰ ਅਸੀਂ ਕਰਾਂਗੇ। ਜੀ ਬਹੁਤ ਸ਼ੁਕਰੀਆ। ਇਹ ਸਨ ਅੱਜ ਦੇ ਸਾਡੇ ਮਹਿਮਾਨ MP ਮੀਆਂ ਇੰਤਜ਼ਾਰ ਭੱਟੀ ਸਾਹਿਬ ਨੇ। ਇਹਨਾਂ ਆਪਣੇ ਤਕਰੀਬਨ ਸਭ ਤੋਂ ਵੱਡਾ ਸਾਡਾ ਮਸਲਾ ਰੋਡ ਦਾ, ਯਾਨੀ ਕਿ ਸ਼ਹਿਰ ਦੇ ਵਾਸਤੇ ਆਉਣ ਵਾਸਤੇ ਆਮਦੋਰਫਤ ਦਾ। ਅਗਰ ਸਾਡਾ ਉਹੀ ਮਸਲਾ ਇਸ ਹਲਕੇ ਦੀ ਆਵਾਮ ਦਾ ਹੋ ਜਾਏ, ਫਿਰ ਦੂਸਰੇ ਕੰਮ ਦੁਨੀਆ ਦੇ ਵਿੱਚ ਰਹਿੰਦੇ ਨਾਲ ਹੁੰਦੇ ਹੀ ਰਹਿੰਦੇ ਨੇ। ਜੀ ਇਹਨਾਂ ਦੇ ਬਾਰੇ ਚ ਮਸ਼ਹੂਰ ਹੈ ਸਦਾਬਹਾਰ MP ਹੈ। ਉਹਦੀ ਗੱਲ ਇਹ ਵੇ ਕਿ ਇਹ ਆਪਣੇ ਦਾਦਾ ਜੀ ਤੋਂ ਲੈ ਕੇ ਇਹਨਾਂ ਦੇ ਦਾਦਾ ਜੀ ਮੀਆਂ ਜਹਾਂਗੀਰ ਭੱਟੀ ਸਾਹਿਬ ਪਹਿਲੇ MPA ਬਣੇ, ਫਿਰ ਇਹਨਾਂ ਦੇ ਵਾਲਦ ਜਿਹੜੇ ਨੇ 4-5 ਦਫਾ MPA ਬਣੇ, ਫਿਰ ਇਹਨਾਂ ਦੇ ਕਜ਼ਨ MPA, ਇਹਨਾਂ ਦੀ ਵਾਲਦਾ MPA, ਹੁਣ ਇਹ MPA ਨੇ। ਇਸ ਵਜ੍ਹਾ ਤੋਂ ਇਹ ਇੱਕ ਸਦਾਬਹਾਰ MPA ਇਸ ਇਲਾਕੇ ਦੇ ਵਿੱਚ ਮਸ਼ਹੂਰ ਨੇ। ਔਰ
ਜਿਹੜਾ ਹੱਕ ਵੀ ਅਦਾ ਕਰਦੇ ਨੇ ਆਪਣੇ ਐਮਪੀ ਬਣਨ ਦਾ ਆਪਣਾ। ਹੁਣ ਜਿਸ ਤਰ੍ਹਾਂ ਉਹ ਆਪ ਉਹਨਾਂ ਦੱਸਿਆ ਕਿ ਸਾਡੇ ਕੋਈ ਵੋਟ ਦਿੱਤਾ ਹੈ ਜਾਂ ਨਹੀਂ ਦਿੱਤਾ, ਇਹ ਫੰਡ ਜਿਹੜਾ ਹੈ ਇਹ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਇਸਤੇਮਾਲ ਕੀਤਾ ਜਾਏਗਾ। ਤੇ ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਮੀਆਂ ਸਾਹਿਬ ਦਾ ਜਿਹਨਾਂ ਸਾਨੂੰ ਟਾਈਮ ਦਿੱਤਾ ਹੈ। ਤੇ ਨਾਜ਼ਰੀਨ ਇਹਨੂੰ ਵੇਖਿਆ ਜੇ, ਇਹ ਸਾਡੀ ਵੀਡੀਓ ਇਹਦੇ ਤੇ ਕਮੈਂਟਸ ਵੀ ਕਰਨਾ ਹੈ ਤੇ ਚੰਗੇ ਗਲੇ ਸੜੇ ਅਗਰ ਤੁਸੀਂ ਕੋਈ ਮੁਖਾਲਫਤ ਵੀ ਕਰਨੀ ਹੈ ਨਾ ਕਮੈਂਟਸ ਲਾਜ਼ਮੀ ਕਰਨਾ ਹੈ। ਤੇ ਲੇਕਿਨ ਅਗਰ ਤੁਹਾਨੂੰ ਗੱਲ ਅੱਛੀ ਲੱਗੇ ਉਹ ਤਾਰੀਫ ਵੀ ਲਾਜ਼ਮੀ ਕਰਨੀ, ਕਿਉਂਕਿ ਸਾਡਾ ਇੱਕ ਦੋਨਾਂ ਦਾ ਬਾਬਰ ਸ਼ਹਿਰ ਕਾਂਜੂ ਦਾ ਸਾਡਾ ਇੱਕ ਕੁਲੀਆ ਹੈ ਕਿ ਅਸੀਂ ਬਿਲਕੁਲ ਜਿਹੜਾ ਸਿਆਸੀ ਬੰਦਾ ਜਾਂ ਜ਼ਿਲ੍ਹੀ ਜਿਹੜਾ ਕੋਈ ਅਫਸਰ ਹੈ ਅਗਰ ਅੱਛਾ ਕੰਮ ਕਰਦਾ ਹੈ ਫਿਰ ਅਸੀਂ ਤਾਰੀਫ ਉਹਦੀ ਲਾਜ਼ਮੀ ਕਰਾਂਗੇ, ਭਾਵੇਂ ਕੋਈ ਉਹਦੀ ਟੀਸੀ ਕਹਿ ਦੇਵੇ ਸਾਨੂੰ। ਲੇਕਿਨ ਅਗਰ ਕੋਈ ਗਲਤ ਕਰਦਾ ਹੈ ਫਿਰ ਅਸੀਂ ਉਹਦੇ ਬਾਰੇ ਲਾਜ਼ਮੀ ਲਿਖਣਾ ਹੈ, ਫਿਰ ਭਾਵੇਂ ਕੋਈ ਮੁਖਾਲਫ ਸਾਨੂੰ ਕਹਿ ਦੇਵੇ ਮੁਖਾਲਫਤ ਕਰ ਰਿਹਾ। ਤੇ ਇਹ ਕੰਮ ਅੱਛਾ ਕਰ ਰਹੇ ਨੇ, ਅਸੀਂ ਇਹਨਾਂ ਵਾਸਤੇ ਅੱਛਾ ਲਿਖ ਰਹੇ ਹਾਂ। ਖੁਦਾ ਹਾਫਿਜ਼। ਸ਼ੁਕਰੀਆ।